ਯਾਰ ਇੱਕ ਗੱਲ ਦੱਸ, ਕਦੀ ਪੂਰੀ ਆਜ਼ਾਦੀ ਨਾਲ ਜੀਣ ਬਾਰੇ ਸੋਚਿਆ? ਮੈਂ ਦੱਸਦਾ ਇਹਦੇ ਬਾਰੇ ਮੇਰਾ ਕੀ ਖਿਆਲ ਆ। ਵੀ ਆਪਾਂ ਕੋਲ 24 ਘੰਟੇ ਹੁੰਦੇ ਦਿਨ 'ਚ। ਉਹਨਾਂ 24 ਘੰਟਿਆਂ ਦੇ ਵਿੱਚੋਂ ਜੇ ਆਪਾਂ ਆਪਣਾ ਖਾਣ ਪੀਣ ਦਾ ਟਾਈਮ, ਆਫਿਸ ਦਾ ਟਾਈਮ, ਵਰਕਿੰਗ ਟਾਈਮ, ਕਮਿਊਟਿੰਗ ਟਾਈਮ ਤੇ ਸਲੀਪਿੰਗ ਟਾਈਮ, ਇਹ ਸਾਰਾ ਕੁਝ ਕੱਢ ਦਈਏ ਤਾਂ ਸਾਡੇ ਕੋਲ 1 ਜਾਂ 2 ਘੰਟੇ ਬਚਦੇ ਆ, ਜਿਸ 'ਚ ਆਪਾਂ ਆਪਣੇ ਲਈ ਕੁਝ ਕਰਨਾ ਚਾਹੀਏ ਤੇ ਕਰ ਸਕੀਏ। ਹੁਣ ਕਈ ਵਾਰੀ ਸਾਡੇ ਕੋਲ ਟਾਈਮ ਨਹੀਂ ਹੁੰਦਾ ਤੇ ਕਈ ਵਾਰੀ ਸਾਡੇ ਕੋਲ ਪੈਸੇ ਨਹੀਂ ਹੁੰਦੇ ਵੀ ਉਸ ਸਮੇਂ ਦੌਰਾਨ, ਤੇ ਜਾਂ ਫਿਰ ਕਈ ਵਾਰੀ ਉਹ ਟਾਈਮ ਜਿਹੜਾ ਹੈ ਉਹ ਇਸ ਟਾਈਮ ਤੇ ਮੈਂ ਫ੍ਰੀ ਹੋਊਂਗਾ ਕਿ ਜਦੋਂ ਮੈਂ ਉਹ ਟਾਈਮ ਨੂੰ ਪ੍ਰੋਡਕਟਿਵ ਨਾ ਕਹਿ ਸਕਾਂ। ਜਿਵੇਂ ਰਾਤ ਨੂੰ ਮੰਨ ਲਓ ਮਿਡਨਾਈਟ ਮੈਂ ਫ੍ਰੀ ਹੋਇਆ ਤੇ ਉਹ ਕੋਈ ਫਾਇਦਾ ਨਹੀਂ ਨਾ ਉਹਦਾ। ਹੁਣ ਬੰਦਾ ਸਾਰੀ ਉਮਰ ਇਸੇ ਪੈਸੇ ਦੀ ਤੇ ਸਮੇਂ ਦੀ ਜੱਦੋ-ਜਹਿਦ 'ਚ ਲੱਗਾ ਰਹਿੰਦਾ ਤੇ हेलो। ਹੈਲੋ, ਆਡੀਬਲ ਆ ਭਾਜੀ? ਹੁਣ ਬੰਦਾ ਸਾਰੀ ਉਮਰ ਇਸੇ ਪੈਸੇ ਦੀ ਤੇ ਸਮੇਂ ਦੀ ਜੱਦੋ-ਜਹਿਦ 'ਚ ਲੱਗਾ ਰਹਿੰਦਾ। ਆਪਾਂ 45-50 ਸਾਲ ਕੰਮ ਕਰਦੇ ਆ ਤੇ ਸੋਚਦੇ ਆ ਵੀ ਰਿਟਾਇਰ ਜਦੋਂ ਹੋਵਾਂਗੇ ਉਦੋਂ ਚੰਗੀ ਤਰ੍ਹਾਂ ਇੰਜੋਏ ਕਰਾਂਗੇ। ਬਟ ਇਹ ਨਹੀਂ ਸੋਚਦੇ ਵੀ ਨਾਲ-ਨਾਲ ਸਾਡੀ ਉਮਰ ਵੀ ਵੱਧਦੀ ਪਈ ਹੈ ਤੇ ਸਿਹਤ ਜਿਹੜੀ ਆ ਉਹ ਘਟਦੀ ਪਈ ਹੈ। ਹੁਣ ਇੱਕ ਰਿਸਰਚ ਕਹਿੰਦੀ ਹੈ ਕਿ ਜਿਹੜੇ ਬੰਦੇ ਕੋਲ ਟਾਈਮ, ਪੈਸਾ ਤੇ ਸਿਹਤ, ਇਹ ਤਿੰਨੇ ਚੀਜ਼ਾਂ ਇਕੱਠੀਆਂ ਇੱਕੋ ਪਲੇਟਫਾਰਮ ਤੇ ਹੋਣ, ਉਹ ਬੰਦਾ ਕਹਿ ਸਕਦਾ ਕਿ ਮੈਂ ਪੂਰੀ ਆਜ਼ਾਦੀ ਨਾਲ ਜੀ ਰਿਹਾ, ਮੈਂ ਆਪਣੀ ਜ਼ਿੰਦਗੀ ਦਾ ਮਾਲਕ ਹਾਂ। ਹੁਣ ਅਸੀਂ ਪਿਛਲੇ ਦਿਨੀ ਇੱਕ ਕੰਮ ਸ਼ੁਰੂ ਕੀਤਾ, ਉਹ 'ਚ ਮੈਂ ਇਹ ਸਿੱਖ ਰਿਹਾ ਕਿ ਇਹ ਤਿੰਨੇ ਚੀਜ਼ਾਂ ਜਿਹੜੀਆਂ ਇਕੱਠੀਆਂ ਕਿਵੇਂ ਲਈਆਂ ਜਾ ਸਕਦੀਆਂ। ਇਹ ਕਾਰੋਬਾਰ ਨੂੰ ਕਰਨ ਲਈ ਅਸੀਂ ਇੱਕ ਸਿਸਟਮ ਫੋਲੋ ਕਰਦੇ ਹਾਂ। ਸਿਸਟਮ ਬਹੁਤ ਹੀ ਈਜ਼ੀ ਹੈ, ਕੋਈ ਵੀ ਕਰ ਸਕਦਾ। ਇਸ 'ਚ ਕੁਝ ਵੀ ਤੁਹਾਨੂੰ ਵੇਚਣਾ-ਵੂਚਣਾ ਨਹੀਂ ਪੈਂਦਾ ਤੇ ਸਭ ਤੋਂ ਇੰਟਰਸਟਿੰਗ ਚੀਜ਼ ਇਸ 'ਚ ਇਹ ਹੈ ਕਿ ਇਹ 'ਚ ਟਾਈਮ ਬਹੁਤ ਘੱਟ ਲੱਗਦਾ। ਹੁਣ ਤੁਸੀਂ ਦੱਸੋ ਵੀ ਜੇ ਇਹੋ ਜਿਹੀ ਕੋਈ ਇਨਫੋਰਮੇਸ਼ਨ ਮੇਰੇ ਕੋਲ ਹੋਏ ਕਿ ਤੁਸੀਂ ਵੀ ਆਜ਼ਾਦੀ ਨਾਲ ਜੀਣਾ ਸਿੱਖ ਸਕੋ, ਇਹਦੇ ਬਾਰੇ ਹੋਰ ਇਨਫੋਰਮੇਸ਼ਨ ਲੈਣੀ ਚਾਹੋਗੇ? ਥੈਂਕ ਯੂ। ਸੋ ਅੱਜ ਅਸੀਂ ਜੋ ਚੈਪਟਰ ਡਿਸਕਸ ਕਰਨਾ ਹੈ ਦੈਟ ਇਜ਼ ਪਲੇਇੰਗ ਵਿਦ ਨੰਬਰਸ ਟੂ ਪ੍ਰੂਵ ਅ ਪੁਆਇੰਟ, ਮੇਕ ਅ ਪੁਆਇੰਟ। ਇਹ ਚੈਪਟਰ ਜਿਹੜਾ ਬੇਸਿਕਲੀ ਇਹ ਡੌਨ ਨੇ ਜਿਹੜੀ ਆਪਾਂ ਫਸਟ ਨੈਪਕਿਨ ਪ੍ਰੈਜੈਂਟੇਸ਼ਨ ਕੀਤੀ ਸੀਗੀ ਉਹਦੀ ਕੰਟੀਨਿਊਸ਼ਨ ਦੇ ਵਿੱਚ ਲਿਖਿਆ। ਇਸ ਚੈਪਟਰ ਦੇ ਵਿੱਚ ਬੇਸਿਕਲੀ ਇਹ ਉਹਨਾਂ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਜਦੋਂ ਤੁਸੀਂ ਆਪਣੀ ਡਾਇਰੈਕਟ ਲਾਈਨ ਦੇ ਵਿੱਚ ਜਿਹੜੇ ਬੰਦੇ ਸਪਾਂਸਰ ਕੀਤੇ, ਜਦੋਂ ਉਹ ਇੰਡੀਪੈਂਡੈਂਟ ਹੋ ਗਏ, ਤੁਹਾਡੇ ਤੇ ਡਿਪੈਂਡੈਂਟ ਨਾ ਰਹੇ, ਉਹਨਾਂ ਨੇ ਆਪਣਾ ਬਿਜ਼ਨਸ ਜਿਹੜਾ 3-4 ਡੀਪ ਲੈਵਲ ਤੱਕ ਲੈ ਗਏ, ਮਤਲਬ ਤੁਸੀਂ ਫ੍ਰੀ ਹੋ ਉਹਨਾਂ ਤੋਂ, ਹੁਣ ਤੁਸੀਂ ਕੀ ਕਰ ਸਕਦੇ ਹੋ, ਕੀ ਕਰਨਾ ਜਾਂ ਕੀ ਕਰ ਸਕਦੇ ਹੋ, ਤੁਹਾਡੇ ਲਈ ਕੀ ਸਕੋਪ ਹੈ। ਇਹਦੇ ਵਿੱਚ ਉਹਨਾਂ ਨੇ ਫਿਰ ਇਹ ਦੱਸਿਆ ਕਿ ਤੁਹਾਡੇ ਕੋਲ ਸਕੋਪ ਹੈ, ਤੁਸੀਂ ਇੱਕ ਹੋਰ ਆਪਣੀ ਫਰੰਟ ਲਾਈਨ ਜਿਹੜੀ ਹੈ ਸ਼ੁਰੂ ਕਰ ਸਕਦੇ ਹੋ। ਜਿਵੇਂ ਆਪਾਂ ਮੋਟੀਵੇਸ਼ਨ ਵਾਲੇ ਚੈਪਟਰ 'ਚ ਪੜ੍ਹਿਆ ਸੀ, ਮੋਟੀਵੇਸ਼ਨ ਤੇ ਐਟੀਟਿਊਡ ਵਾਲੇ ਚੈਪਟਰ 'ਚ ਪੜ੍ਹਿਆ ਸੀ ਕਿ ਆਪਾਂ ਸਿਰਫ 5 ਹੀ ਸੀਰੀਅਸ ਬੰਦਿਆਂ ਨਾਲ ਕੰਮ ਕਰਨਾ, ਉਸ ਤੋਂ ਬਾਅਦ ਜਿਹੜੇ ਐਕਸਟਰਾ ਹੈਗੇ ਉਹਨਾਂ ਨੂੰ ਸਾਈਡ ਤੇ ਬੈਕ ਬਰਨਰ ਰੱਖਣਾ, ਜਿਨ੍ਹਾਂ ਨੂੰ ਜਿਹੜੇ ਕਿ ਹਜੇ ਕੁਛ ਟਾਈਮ ਲੈਣਾ ਚਾਹੁੰਦੇ ਆ ਜਾਂ ਸਿੱਖ ਰਹੇ ਆ, ਹਜੇ ਕਹਿ ਰਹੇ ਕਿ ਨਹੀਂ ਆਪਾਂ ਹਜੇ ਟਾਈਮ ਨਹੀਂ ਹੈਗਾ ਜਾਂ ਕਿੱਦਾਂ, ਬਟ ਸਿਸਟਮ ਨਾਲ ਜੁੜੇ ਹੋਏ ਆ, ਉਹਨਾਂ ਨੂੰ ਆਪਾਂ ਐਜ਼ ਅ ਬੈਕ ਬਰਨਰ ਜਿਹੜਾ ਹਜੇ ਰੱਖਿਆ ਹੁੰਦਾ, ਤੇ ਉਹਨਾਂ ਦੇ ਵਿੱਚੋਂ ਅਸੀਂ ਇੱਕ ਬੰਦਾ ਸਿਲੈਕਟ ਕਰਕੇ ਉਹਦੇ ਨਾਲ ਕੰਮ ਕਰਨਾ ਸ਼ੁਰੂ ਕਰ ਸਕਦੇ ਹਾਂ। ਜਦੋਂ ਸਾਡੇ ਕੋਲ ਕੋਈ 1 ਜਾਂ 2 ਬੰਦੇ ਜਿਹੜੇ ਆ ਉਹ ਇੰਡੀਪੈਂਡੈਂਟ ਹੋ ਗਏ। ਇੰਡੀਪੈਂਡੈਂਟ ਮਤਲਬ ਜਦੋਂ 3-4 ਡੀਪ ਤੱਕ ਉਹਨਾਂ ਦਾ ਜਦੋਂ ਲੈਵਲ ਚਲਾ ਗਿਆ। ਹੁਣ ਇੱਥੇ ਇੱਕ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਜਦੋਂ ਅਸੀਂ 5 ਬੰਦਿਆਂ ਨਾਲ, 5 ਸੀਰੀਅਸ ਪਰਸਨਸ ਨਾਲ ਕੰਮ ਕਰ ਰਹੇ ਸੀਗੇ, ਤਾਂ ਸਾਡਾ ਨੈਟਵਰਕ ਇੰਨਾ ਗਰੋ ਕੀਤਾ ਤੇ ਅਸੀਂ ਉਸ ਵੇਲੇ, ਜਿਵੇਂ ਆਪਾਂ ਚੈਪਟਰ 'ਚ ਪੜ੍ਹਿਆ ਮੋਟੀਵੇਸ਼ਨ ਐਟੀਟਿਊਡ ਵਾਲੇ 'ਚ, ਕਿ ਅਸੀਂ ਇੰਨੀ ਕੁ ਜ਼ਿਆਦਾ ਸਾਡੇ ਅੰਡਰ ਜਿਹੜੇ ਬਰਨਰਸ ਬਲ ਗਏ ਕਿ ਸਾਡਾ ਐਟੀਟਿਊਡ ਲੈਵਲ ਜਿਹੜਾ ਨਾ ਉਹ ਬੋਇਲਿੰਗ ਪੁਆਇੰਟ ਤੋਂ ਕਿਤੇ ਉੱਪਰ ਹੈ। ਸੋ ਜੇ ਅਸੀਂ ਉਸ ਐਟੀਟਿਊਡ ਲੈਵਲ ਨਾਲ, ਉਸ ਮੋਟੀਵੇਸ਼ਨ ਤੇ ਐਟੀਟਿਊਡ ਲੈਵਲ ਦੇ ਨਾਲ ਜਦੋਂ ਇੱਕ ਨਵੇਂ ਬੰਦੇ ਨੂੰ ਟੀਚ ਕਰਨਾ ਸ਼ੁਰੂ ਕਰਾਂਗੇ ਤੇ ਉਹ ਬਹੁਤ ਹੀ ਜ਼ਿਆਦਾ ਪਾਵਰਫੁਲ ਹੋਊਗਾ। ਜੋ ਇਨੀਸ਼ੀਅਲੀ ਅਸੀਂ ਜੋ ਕਰ ਰਹੇ ਸੀਗੇ ਉਸ ਤੋਂ ਬਹੁਤ ਜ਼ਿਆਦਾ ਪਾਵਰਫੁਲ ਹੋਏਗਾ ਉਹ, ਤੇ ਉਹ ਬੰਦਾ ਜਲਦੀ ਸਿੱਖ ਵੀ ਜਾਏਗਾ। ਸੇਮ ਉਹ ਚੀਜ਼ ਅੱਗੇ ਜਿਹੜਾ ਡੁਪਲੀਕੇਟ ਕਰੇਗਾ,
ਕਿਉਂਕਿ ਜਦੋਂ ਤੁਸੀਂ ਨਵੇਂ ਬੰਦੇ ਨਾਲ ਕੰਮ ਸ਼ੁਰੂ ਕਰਨਾ ਤੇ ਉਦੋਂ ਤੁਹਾਡਾ ਇੱਕ ਨਵਾਂ ਹੀ ਅਲੱਗ ਹੀ ਐਟੀਟਿਊਡ ਹੋਣਾ, ਅਲੱਗ ਹੀ ਮੋਟੀਵੇਸ਼ਨ ਹੋਣੀ ਜੋ ਪਹਿਲੇ ਨਹੀਂ ਸੀਗੀ। ਤੇ ਇਹ ਉਹ ਬੰਦਾ ਹੋਏਗਾ ਜਿਹਨੂੰ ਤੁਸੀਂ ਬੈਕ ਬਰਨਰਸ ਦੇ ਵਿੱਚੋਂ ਇੱਕ ਬੰਦਾ ਚੂਜ਼ ਕੀਤਾ, ਜਿਹਨੂੰ ਤੁਸੀਂ ਚਾਹੁੰਦੇ ਹੋ ਕਿ ਇਹਨੂੰ ਮੈਂ ਰਿਟਾਇਰ ਕਰਾਉਣਾ ਹੁਣ। So you will help him to retire in his life by building his network into the depth. ਹੁਣ ਤੁਸੀਂ let me share a screen. ਹੁਣ ਜਿੱਦਾਂ ਇਸ ਡਾਇਗਰਾਮ 'ਚ ਦਿਖਾਇਆ ਕਿ ਤੁਸੀਂ ਇਨੀਸ਼ੀਅਲੀ 5 ਬੰਦੇ ਨਾਲ ਕੰਮ ਸ਼ੁਰੂ ਕੀਤਾ ਤੇ ਉਹਨਾਂ ਨੂੰ 3 ਲੈਵਲ ਡੀਪ ਤੱਕ ਜਾਂਦੇ ਜਾਂਦੇ 5 into 5 25 25 into 5 125 ਤੱਕ ਹੋ ਗਿਆ। ਇਹਦੇ ਵਿੱਚ ਜੇ ਮੈਂ ਇੱਕ ਬੰਦਾ ਹੋਰ ਐਡ ਕਰਾਂ ਤੇ ਸਿਰਫ ਇੱਕ ਦੇ ਡਿਫਰੈਂਸ ਦੇ ਨਾਲ ਮੇਰੀ ਫਰੰਟ ਲਾਈਨ ਦੇ ਵਿੱਚ 6 ਬੰਦੇ ਹੋ ਜਾਣਗੇ। ਉਹ ਵੀ ਜੇ ਫਰਦਰ ਟੀਚ ਕਰਨ ਅੱਗੇ ਸੇਮ ਇਹੀ ਇੱਕ ਇੱਕ ਬੰਦਾ ਹੋਰ ਐਡ ਕਰਨ ਤੇ ਸੈਕੰਡ ਡਾਊਨ 'ਚ 36 ਤੇ ਥਰਡ ਡਾਊਨ 'ਚ 216 ਹੋ ਜਾਣਗੇ। ਹੁਣ ਜੇ ਆਪਾਂ ਇਹਦੇ ਇਸੇ ਡਾਇਗਰਾਮ ਨੂੰ ਦੇਖੀਏ ਤੇ ਡਿਫਰੈਂਸ ਜਿਹੜਾ ਹੈ ਉਹ ਥਰਡ ਡੀਪ ਤੱਕ 91 ਦਾ ਆ ਗਿਆ। ਸੋ ਤੁਸੀਂ ਇਹ ਸੋਚੋ ਕਿ ਹਜੇ ਆਪਾਂ ਸੈਕੰਡ ਥਰਡ ਲੈਵਲ ਡੀਪ ਤੱਕ ਗਏ, ਜਦੋਂ ਬੰਦਾ 7th ਲੈਵਲ ਡੀਪ ਤੱਕ ਚੱਲ ਜਾਏਗਾ, ਕਿਉਂਕਿ ਮੋਸਟਲੀ MLM ਕੰਪਨੀਆਂ ਜਿਹੜੀਆਂ ਨਾ ਇੰਨੀ ਡੀਪ ਤੱਕ ਬੰਦੇ ਕੰਮ ਕਰਦੇ ਆ, ਜਦੋਂ ਜਿਹੜੇ ਵਧੀਆ ਬਿਜ਼ਨਸ ਬਿਲਡ ਕਰਦੇ ਉਹ ਇੰਨੀ ਡੀਪ ਤੱਕ ਕੰਮ ਕਰਦੇ। ਤੁਸੀਂ ਸੋਚੋ ਜੇ 7th ਲੈਵਲ ਡੀਪ ਤੱਕ ਤੁਸੀਂ ਚਲੇ ਗਏ ਤੇ ਤੁਹਾਡੇ ਜਿਹੜਾ ਇਹ ਨੈਟਵਰਕ ਦਾ ਕਿੰਨਾ ਵੱਡਾ ਵੋਲਿਊਮ ਹੋਊਗਾ, ਕਿੰਨਾ ਜ਼ਿਆਦਾ ਉਸ 'ਚ ਡਿਫਰੈਂਸ ਆ ਜਾਏਗਾ ਜੇ ਸਿਰਫ ਇੱਕ ਬੰਦਾ ਐਡ ਕਰਨ। ਤੁਸੀਂ ਕੀ ਕਰਨਾ, ਸਿਰਫ ਜੋ ਤੁਹਾਡੇ ਪਹਿਲੇ ਪਰਸਨ ਸੀਗੇ ਉਹਨਾਂ ਨੂੰ ਸਿਰਫ ਇੱਕ ਜਾਣੇ ਨੂੰ ਹੋਰ ਨੂੰ ਟੀਚ ਕਰਨਾ। ਜੋ ਡਿਫਰੈਂਸ ਆ ਜਾਂਦਾ ਹੈ 7th ਲੈਵਲ ਤੱਕ ਜਾ ਕੇ ਉਹ ਤਕਰੀਬਨ 2 ਲੱਖ ਤੋਂ ਜ਼ਿਆਦਾ ਡਿਫਰੈਂਸ ਬਣ ਜਾਂਦਾ। ਸੋ ਦਿਸ ਇਜ਼ ਦਾ ਪਾਵਰ ਆਫ ਡੁਪਲੀਕੇਸ਼ਨ ਐਂਡ ਮਲਟੀਪਲੀਕੇਸ਼ਨ। ਜਦੋਂ ਅਸੀਂ ਡੈਪਥ ਵਿੱਚ ਕੰਮ ਕਰਦੇ ਹਾਂ ਉਦੋਂ ਹੀ ਇਹ ਡਿਫਰੈਂਸ ਬਣ ਸਕਦਾ, ਉਦੋਂ ਹੀ ਆਪਾਂ ਇਹ ਨੈਟਵਰਕ ਦਾ ਵੋਲਿਊਮ ਜਿਹੜਾ ਹੈ ਉਹ ਜਨਰੇਟ ਕਰ ਸਕਦੇ ਹਾਂ। ਕਿਉਂਕਿ ਸਿਸਟਮ ਸਾਨੂੰ ਇਹ ਸਿਖਾਉਂਦਾ ਕਿ ਅਸੀਂ ਡੁਪਲੀਕੇਟ ਕਿਵੇਂ ਕਰਨਾ, ਨਾ ਕਿ ਪਲੱਸ ਮਾਈਨਸ ਸਬਟ੍ਰੈਕਟ ਐਡ ਕਿਵੇਂ ਕਰਨਾ। ਕਿਉਂਕਿ ਜੋ ਸੇਲਸਮੈਨ ਟਾਈਪ ਬੰਦੇ ਹੁੰਦੇ ਆ ਉਹਨਾਂ ਨੂੰ ਇਹੀ ਚੀਜ਼ ਸਮਝ ਆਈ ਹੁੰਦੀ ਹੈ ਕਿ ਆਪਾਂ ਇੱਕ ਸਿਸਟਮ ਮਿਲ ਗਿਆ ਸਾਨੂੰ ਬਹੁਤ ਵਧੀਆ, ਇੱਕ ਵਹੀਕਲ ਮਿਲ ਗਿਆ ਬਹੁਤ ਵਧੀਆ, ਜਿਹਦਾ ਕੰਪਨਸੇਸ਼ਨ ਪਲਾਨ ਬਹੁਤ ਵਧੀਆ ਹੈਗਾ, ਤੇ ਅਸੀਂ ਬਸ ਧੜਾ ਧੜ ਲੋਕਾਂ ਨੂੰ ਸਪਾਂਸਰ ਕਰੀ ਚੱਲੀਏ। ਬਟ ਜੇ ਉਹ ਟੀਚ ਨਹੀਂ ਨਾ ਕਰਨਗੇ ਤੇ ਉਹਨਾਂ ਦਾ ਸਿਸਟਮ ਜਿਹੜਾ, ਉਹਨਾਂ ਦਾ ਜੋ ਨੈਟਵਰਕ ਹੈ ਉਹ ਡੈਪਥ ਵੱਲ ਬਿਲਡ ਨਹੀਂ ਹੋਏਗਾ। ਸੋ ਇੱਥੇ ਧਿਆਨ ਰੱਖਣ ਵਾਲੀ ਗੱਲ ਇਹ ਹੈ ਕਿ ਤੁਸੀਂ ਸਿਰਫ ਸਪਾਂਸਰ ਵੱਲ ਧਿਆਨ ਨਹੀਂ ਦੇਣਾ। ਸਪਾਂਸਰ ਤਾਂ ਤੁਸੀਂ ਕਰ ਲਏ, ਜਿਹੜੇ ਆਪਣੇ ਸੀਰੀਅਸ 5 ਲੱਭਣੇ ਸੀਗੇ ਉਹ ਤੁਹਾਨੂੰ ਮਿਲ ਗਏ। ਹੁਣ ਤੁਸੀਂ ਉਹਨਾਂ ਦੀ ਡੈਪਥ ਦੇ ਵਿੱਚ ਕੰਮ ਕਰਨਾ, ਉਹਨਾਂ ਨੂੰ ਅੱਗੇ ਟੀਚ ਕਰਨਾ ਕਿ ਤੁਸੀਂ ਉਹਨਾਂ ਨੇ ਅੱਗੇ ਕਿਵੇਂ ਡੈਪਥ ਦੇ ਵਿੱਚ ਆਪਣੇ ਫਰਦਰ ਟੀਚ ਕਰਨਾ। ਸੋ ਦਿਸ ਇਜ਼ not just sponsoring and sponsoring business, this is teaching business. ਅਸੀਂ ਇਸ 'ਚ ਟੀਚ ਕਰਨਾ ਅੱਗੇ ਆਪਣੇ ਫਰਦਰ ਡਾਊਨਲਾਈਨਸ ਨੂੰ, so that they can build their fortune also. ਹੁਣ ਜੇ ਇਹ ਆਪਾਂ ਡਾਇਗਰਾਮ ਦੇਖੀਏ ਤੇ ਇਸ ਡਾਇਗਰਾਮ ਦੇ ਵਿੱਚ ਕੀ ਇੱਕ ਬੰਦਾ 4th ਲੈਵਲ ਡੀਪ ਤੱਕ ਜਾ ਕੇ ਜੋ ਪਹਿਲੇ ਜੋ ਫਸਟ ਕਾਲਮ ਹੈ ਉਹਦੇ ਵਿੱਚ ਜੇ ਆਪਾਂ ਦੇਖੀਏ ਤੇ ਬੰਦੇ ਦੇ ਟੋਟਲ ਵੋਲਿਊਮ ਜਿਹੜਾ ਹੈ ਉਹ 780 ਦਾ ਬਣ ਜਾਂਦਾ। 5 into 5 25, 25 into 5 125 into 5 625, ਟੋਟਲ ਜਿਹੜਾ 780 ਦਾ ਬਣ ਜਾਂਦਾ। ਜੇ ਆਪਾਂ ਇਸ 'ਚ ਇੱਕ ਬੰਦਾ ਹੋਰ ਐਡ ਕਰੀਏ ਤੇ ਉਹ ਸੇਮ ਉਸੇ ਲੈਵਲ ਤੇ ਜਾ ਕੇ ਜਿਹੜਾ ਟੋਟਲ ਹੈ ਉਹ 1554 ਲੋਕਾਂ ਦਾ ਬਣ ਜਾਂਦਾ, ਜੋ ਕਿ ਡਿਫਰੈਂਸ ਜੇ ਆਪਾਂ ਦੇਖੀਏ ਤੇ ਆਲਮੋਸਟ ਜਿਹੜਾ ਡਬਲ ਹੈ। ਤੇ ਡਬਲ ਜਿਹੜਾ ਹੈ ਇਹ ਤਾਂ ਹੀ ਹੋਊਗਾ ਜੇ ਅਸੀਂ ਪ੍ਰੋਪਰਲੀ ਟੀਚ ਕਰਾਂਗੇ, ਸਿਸਟਮ ਡੁਪਲੀਕੇਟ ਹੋਏਗਾ। ਸਿਸਟਮ ਡੁਪਲੀਕੇਟ ਤਾਂ ਹੀ ਹੋਏਗਾ ਜੇ ਆਪਾਂ ਟੀਚ ਕਰਾਂਗੇ, ਕਿਉਂਕਿ ਦਿਸ ਇਜ਼ ਟੀਚਿੰਗ ਬਿਜ਼ਨਸ। ਅਸੀਂ ਸਪਾਂਸਰ ਕਰਕੇ ਇੱਕ ਬੰਦੇ ਨੂੰ ਲੈ ਆਉਂਦੇ, ਜਦੋਂ ਬਿਜ਼ਨਸ ਦੇ ਵਿੱਚ ਆਪਣੇ ਫਰੈਂਡ ਨੂੰ ਲੈ ਆਉਂਦੇ ਆ, ਉਸ ਤੋਂ ਬਾਅਦ ਸਾਡੀ ਜ਼ਿੰਮੇਵਾਰੀ ਹੁੰਦੀ ਹੈ ਕਿ ਆਪਾਂ ਉਹਨੂੰ ਪ੍ਰੋਪਰਲੀ ਸਿਸਟਮ ਬਾਰੇ ਦੱਸੀਏ ਕਿ ਸਿਸਟਮ ਹੈ ਕੀ, ਸਿਸਟਮ ਕਿਵੇਂ ਚੱਲਦਾ, ਕੀ ਕਰਨਾ ਤੇ ਕੀ ਨਹੀਂ ਕਰਨਾ। ਜਦੋਂ ਪ੍ਰੋਪਰਲੀ ਆਪਾਂ ਟੀਚ ਕਰ ਦਿੰਦੇ ਆ ਦੈਨ ਬੰਦਾ ਅੱਗੇ ਫਰਦਰ ਬਿਲਡ ਕਰਦਾ ਬਿਜ਼ਨਸ। ਜਦੋਂ 3 ਲੈਵਲ ਜਾਂ 4 ਲੈਵਲ ਡੀਪ ਤੱਕ ਚਲਾ ਜਾਂਦਾ ਦੈਨ ਆਪਾਂ ਕਹਿੰਦੇ ਕਿ ਆਪਾਂ ਆਪਣੇ ਆਪ ਨੂੰ ਡੁਪਲੀਕੇਟ ਕਰਤਾ। ਸੋ ਦਿਸ ਇਜ਼ ਟੀਚਿੰਗ ਬਿਜ਼ਨਸ।
we keep on teaching and teaching so that our friends keep on building their own business, their own fortune. So ਇਹ presentation ਜਿਹੜੀ ਹੈ ਸਾਨੂੰ ਇਹੀ ਸਿਖਾਉਂਦੀ ਹੈ ਬੇਸਿਕਲੀ ਜੋ ਅਸੀਂ ਫਸਟ ਨੈਪਕਿਨ ਪ੍ਰੈਜੈਂਟੇਸ਼ਨ ਦੇ ਵਿੱਚ ਵੀ ਪੜ੍ਹਿਆ ਸੀਗਾ ਕਿ ਇਹਦੇ ਵਿੱਚ ਇਹ ਸਾਨੂੰ ਡੁਪਲੀਕੇਸ਼ਨ ਤੇ ਮਲਟੀਪਲੀਕੇਸ਼ਨ ਦੀ ਪਾਵਰ ਦਿਖਾਉਂਦੀ ਹੈ ਕਿ ਅਸੀਂ ਆਪਣੇ ਸਿਸਟਮ ਨੂੰ ਕਿਵੇਂ ਜ਼ਿਆਦਾ ਹੋਰ ਡੁਪਲੀਕੇਟ ਕਰ ਸਕਦੇ ਹਾਂ ਤੇ ਮਲਟੀਪਲਾਈ ਕਰ ਸਕਦੇ ਹਾਂ ਬਾਈ ਟੀਚਿੰਗ ਇਨਟੂ ਡੈਪਥ। That's all from my side. Thank you. ਬਹੁਤ ਵਧੀਆ ਅਮਰਿੰਦਰ, ਬਹੁਤ ਵਧੀਆ, ਐਕਸਲੈਂਟ। Thank you ਭਾਜੀ। ਇਸ ਪ੍ਰੈਜੈਂਟੇਸ਼ਨ ਚ ਇਸ ਚੈਪਟਰ ਚ ਡੌਨ ਨੇ ਸੇਲ ਬਾਰੇ ਵੀ ਗੱਲ ਕੀਤੀ ਬਟ ਉਹ ਆਪਾਂ ਡਿਸਕਸ ਨਹੀਂ ਕਰਾਂਗੇ ਕਿਉਂਕਿ we are focusing on teaching only, so ਇਸ ਲਈ ਮੈਂ ਉਹ ਪਾਰਟ ਕਵਰ ਨਹੀਂ ਕੀਤਾ। ਅਮਰਿੰਦਰ ਮੇਰਾ ਬਹੁਤ ਵਧੀਆ ਸੀ ਤੇਰੀ ਪ੍ਰੈਜੈਂਟੇਸ਼ਨ। ਮੈਨੂੰ ਇੱਕ ਡਾਊਟ ਆ ਇਹਦੇ 'ਚ ਕਿ ਜਦੋਂ ਮਲਟੀਪਲੀਕੇਸ਼ਨ ਹੁੰਦੇ ਆ ਨੰਬਰ ਆਫ ਪੀਪਲ ਇਨਕਰੀਜ਼ ਕਰੀ ਜਾਊਗੇ ਹਾਂਜੀ ਉਹਨਾਂ ਨੂੰ ਮਤਲਬ ਹੁਣ ਮੇਰੇ ਪੀਪਲ ਮੈਂ ਸਪਾਂਸਰ ਕਰ ਲਿਆ, ਠੀਕ ਹੈ, ਹੁਣ ਉਹ 5 ਨੇ ਅੱਗੇ 5 ਕਰ ਲਏ, ਉਹ ਟੋਟਲ 25। ਚਲੋ ਇੰਨੇ ਕੁ ਤੱਕ ਤਾਂ ਠੀਕ ਲੱਗਦਾ ਕਿ ਮੈਂ 25 ਪੀਪਲ ਦੇ ਨਾਲ ਟਾਈ ਅਪ ਕਰ ਲਊਂਗਾ ਵੀਕਲੀ ਜਾਂ ਫੋਰਨਾਈਟਲੀ, ਉਹਨਾਂ ਨੂੰ ਮੀਟ ਕਰ ਲਊਂਗਾ ਜਾਂ ਜ਼ੂਮ ਤੇ ਕਿਸੇ ਵੀ ਤਰ੍ਹਾਂ। ਬਟ ਜੋ 125 ਤੋਂ ਮੈਂ ਕਹਿੰਦਾ ਕਿ ਥਰਡ ਲੈਵਲ ਆਇਆ 25 ਤੋਂ 125 ਹੋਏ, ਹਾਂਜੀ ਮੈਨੂੰ ਇਹ ਫਿਜ਼ੀਬਲ ਨਹੀਂ ਲੱਗਦਾ ਕਿ ਮੈਂ ਇੰਨੇ ਪੀਪਲਸ ਦੇ ਨਾਲ ਮਤਲਬ ਕੋਆਰਡੀਨੇਟ ਕਰ ਪਾਊਂਗਾ ਜਾਂ ਉਹਨਾਂ ਨੂੰ ਟ੍ਰੇਨ ਕਰ ਪਾਊਂਗਾ ਜਾਂ ਮੈਂ ਉਹਨਾਂ ਨੂੰ ਮਤਲਬ ਪ੍ਰੋਪਰ ਗਾਈਡ ਕਰ ਪਾਊਂਗਾ 125 ਪੀਪਲ ਨੂੰ, ਠੀਕ ਹੈ ਨਾ। ਇਹੀ ਜੇ 5 ਤੋਂ 6 ਹੁੰਦਾ ਆ 36 ਐਂਡ ਦੈਨ ਥਰਡ ਲੈਵਲ ਦਾ ਹੁੰਦਾ, ਉੱਥੇ ਕਾਊਂਟ ਕਾਫੀ ਇਨਕਰੀਜ਼ ਹੋ ਜਾਂਦਾ ਤੇ ਉਹਨੇ ਸਾਰੇ ਪੀਪਲਸ ਨੂੰ ਜੇ ਮੈਂ ਮਤਲਬ ਅਪਰੋਚ ਕਰੂੰਗਾ, ਉਹਨਾਂ ਨਾਲ ਕੰਟੈਕਟ ਬਣਾਉਣੇ ਚਾਹੂੰਗਾ ਤੇ ਮੈਨੂੰ ਲੱਗਦਾ ਕਿ ਮੈਨੂੰ ਬਹੁਤ ਜ਼ਿਆਦਾ ਟਾਈਮ ਲੱਗੂਗਾ, ਮਤਲਬ ਆਪਣਾ ਸਪੈਂਡ ਕਰਨਾ ਪਊਗਾ ਡੇਲੀ ਰੂਟੀਨ 'ਚ। ਡੈਫੀਨੇਟਲੀ ਭਾਜੀ, ਬਹੁਤ ਤੁਸੀਂ ਸਹੀ ਵਧੀਆ ਤੇ ਸਹੀ ਪੁਆਇੰਟ ਰੇਜ਼ ਕੀਤਾ। ਜੋ ਅਸੀਂ ਟੀਚਿੰਗ ਦੀ ਗੱਲ ਕਰਦੇ ਹਾਂ ਤੇ ਡੁਪਲੀਕੇਸ਼ਨ ਦੀ ਗੱਲ ਕਰਦੇ ਹਾਂ, ਇਹ ਉਹੀ ਚੀਜ਼ ਹੈ ਜਦੋਂ ਅਸੀਂ ਡੁਪਲੀਕੇਟ ਕਰਦੇ ਹਾਂ ਨਾ, ਕਿਸੇ ਨੂੰ ਟੀਚ ਕਰਦੇ ਹਾਂ, ਅੱਗੇ ਉਹਨਾਂ ਨੇ ਅੱਗੇ ਜੋ ਸਿਸਟਮ ਨੂੰ ਡੁਪਲੀਕੇਟ ਕਰਨਾ ਸੇਮ ਉਹੀ ਚੀਜ਼ ਆਪਣੇ ਡਾਊਨਲਾਈਨ ਦੇ ਵਿੱਚ ਸਿਖਾਉਣੀ ਤੇ ਤੁਹਾਨੂੰ 125 ਬੰਦਿਆਂ ਨਾਲ ਕੰਮ ਕਰਨ ਦੀ ਲੋੜ ਨਹੀਂ ਪਏਗੀ ਕਿਉਂਕਿ ਉਹ ਆਲਰੇਡੀ ਜੋ ਤੁਹਾਡੀ ਡਾਊਨਲਾਈਨਸ ਹੈ ਉਹ ਅੱਗੇ ਟੀਚ ਕਰ ਰਹੀਆਂ। ਨਾਲੇ ਇਹਦੇ ਵਿੱਚ ਇਹ ਜਿਹੜਾ ਸਿਸਟਮ ਹੈ ਇਹ ਤੁਹਾਨੂੰ ਇਹ ਕਹਿੰਦਾ ਕਿ ਤੁਸੀਂ ਇਫੈਕਟਿਵਲੀ ਸਿਰਫ 5 ਬੰਦਿਆਂ ਨਾਲ ਹੀ ਕੰਮ ਕਰ ਸਕਦੇ ਹੋ। ਇਹ ਆਪਾਂ ਪ੍ਰੈਜੈਂਟੇਸ਼ਨ ਦੇ ਵਿੱਚ ਦੇਖਿਆ ਹੀ ਹੈ ਆਲਰੇਡੀ। ਸੋ ਤੁਸੀਂ ਇਹਦੇ ਵਿੱਚ ਇਹ ਨਹੀਂ ਕਰਨਾ ਕਿ ਮੈਂ ਹਰੇਕ ਬੰਦੇ ਨਾਲ ਮੈਂ ਕੰਮ ਕਰਨਾ ਜਾਂ ਕੰਮ ਕਰ ਸਕਦਾ। ਇਹ ਆਪਣੇ ਆਪ ਡੁਪਲੀਕੇਟ ਹੋਏਗਾ। ਇਹ ਉਦੋਂ ਹੀ ਹੋਏਗਾ ਜਦੋਂ ਆਪਾਂ ਚੰਗੀ ਤਰ੍ਹਾਂ ਸਿੱਖ ਲਾਂਗੇ, ਤਾਂ ਹੀ ਅੱਗੇ ਨੌਲੇਜ ਜਿਹੜੀ ਹੈ ਉਹ ਅੱਗੇ ਕਨਵੇ ਹੋਏਗੀ। ਆਈ ਥਿੰਕ ਕਮਲ ਭਾਜੀ ਇਸ 'ਚ ਹੋਰ ਥੋੜਾ ਵੈਲਿਊਏਸ਼ਨ ਕਰ ਸਕਦੇ ਆ। ਕਮਲ ਭਾਜੀ ਜਾਂ ਗੁਰਮਰ। ਹਾਂਜੀ ਹਾਂਜੀ, ਇੱਕ ਵਾਰ ਤੁਸੀਂ ਆਪਣਾ ਕੁਐਸਚਨ ਦੁਬਾਰਾ ਪੁੱਛੋਗੇ। ਮੇਰਾ ਕੁਐਸਚਨ ਹੈ ਕਿ ਜਿੱਦਾਂ ਅਸੀਂ ਡੀਪ ਜਾਂਦੇ ਸਪੋਜ਼ ਥਰਡ ਲੈਵਲ ਤੇ ਜਾ ਕੇ ਜੇ ਸਾਡੇ ਬੇਸਿਕ 5 ਮੈਂਬਰ ਸੀਗੇ ਤੇ ਥਰਡ ਲੈਵਲ ਤੇ ਜਾ ਕੇ 125 ਹੋ ਗਏ। ਜਿਹੜੀਆਂ ਪ੍ਰੈਜੈਂਟੇਸ਼ਨ ਸੀਗੀਆਂ ਉਹਦੇ 'ਚ ਇਹ ਕਿਹਾ ਗਿਆ ਸੀਗਾ ਮਤਲਬ ਐਟ ਲੀਸਟ ਵੀ ਹੈਵ ਟੂ ਟੀਚ ਅਪ ਟੂ 5th ਲੈਵਲ ਮਿਨੀਮਮ, ਦੈਨ ਟਰਾਈ ਅਪ ਟੂ 5th ਲੈਵਲ ਔਰ 6th ਲੈਵਲ। ਇਹ ਕੁਐਸਚਨ ਆ ਥਰਡ ਲੈਵਲ ਤੇ ਜਾ ਕੇ ਸਪਾਂਸਰ ਕੀਤੇ ਆ ਤੇ ਇੰਨੇ ਜਾਣਿਆਂ ਨਾਲ ਮਤਲਬ ਲੱਗ ਰਿਹਾ। ਕਰੈਕਟ ਤੁਹਾਡਾ ਕੁਐਸਚਨ ਬਿਲਕੁਲ ਠੀਕ ਹੈ। ਤੇ ਇਹਦੇ ਵਿੱਚ ਨਾ ਇਫੈਕਟਿਵਲੀ ਤੁਸੀਂ ਜਿਵੇਂ ਅਮਰਿੰਦਰ ਨੇ ਕਿਹਾ ਤੁਸੀਂ 5 ਨੂੰ ਹੀ ਸਿਖਾਉਣਾ ਤੇ ਸਿਖਾਉਣਾ ਕੀ ਹੈ 10 ਨੈਪਕਿਨ ਪ੍ਰੈਜੈਂਟੇਸ਼ਨਸ ਤੇ ਉਹ ਆਪਣੇ 5 ਨੂੰ ਕਿੱਦਾਂ ਸਿਖਾਉਣਗੇ ਇਹ ਵੀ ਸਿਖਾਉਣਾ ਅਸੀਂ ਨਾਲ। ਤੁਸੀਂ ਫਿਜ਼ੀਕਲੀ 125 ਬੰਦਿਆਂ ਨੂੰ ਟੀਚ ਨਹੀਂ ਕਰਨਾ। ਵੈਸੇ ਤਾਂ WhatsApp ਗਰੁੱਪ ਦੇ ਵਿੱਚ ਜਦੋਂ ਟੀਮ ਵਧੇਗੀ ਤਾਂ ਸਾਰੇ ਜਣੇ ਹੋਣਗੇ ਹੀ, ਹਰ ਬੰਦਾ ਪੈਰਲਲੀ ਸਿੱਖੇਗਾ ਹੀ। ਜਿਵੇਂ ਹੁਣ ਅਸੀਂ ਹਨਾ 30-35 ਬੰਦੇ ਆ ਤੇ ਸਿਖਾਉਣੇ ਵਾਲਾ ਇੱਕੋ ਹੀ ਹੈ ਸੁੱਖੀ, ਸਾਰੇ ਜਣੇ ਸਿੱਖਦੇ ਨੇ ਤੇ WhatsApp ਦੇ ਥਰੂ ਹੀ ਸਿੱਖਦੇ ਨੇ। ਬਟ ਤੁਸੀਂ ਆਪਣੇ 5 ਬੰਦਿਆਂ ਨੂੰ ਹੀ ਸਿਖਾਉਣਾ ਹੈ
ਤੇ ਉਹ ਅੱਗੇ 5 ਬੰਦੇ ਆਪਣੇ 5 ਬੰਦਿਆਂ ਨੂੰ ਸਿਖਾਉਣਗੇ, ਯਾਨੀ ਕਿ 25 ਨੂੰ। ਫਿਰ ਜਿਹੜੇ ਉਹ 25 ਨੇ ਉਹ ਆਪਣੇ 125 ਨੂੰ 5 ਨੂੰ ਸਿਖਾਉਣਗੇ, ਨਾ ਕਿ ਇੱਕ ਬੰਦਾ ਪੂਰੀ ਟੀਮ ਨੂੰ ਸਿਖਾਊਗਾ। ਮਲਟੀ ਲੈਵਲ ਮਾਰਕੀਟਿੰਗ ਵਿੱਚ ਤੁਸੀਂ ਇਫੈਕਟਿਵਲੀ 5 ਬੰਦਿਆਂ ਨੂੰ ਹੀ ਸਿਖਾ ਸਕਦੇ ਹੋ, 5 ਬੰਦਿਆਂ ਨੂੰ ਹੀ ਸਿਖਾਉਣਾ, ਉਹਨਾਂ 5 ਨੂੰ ਸਿਖਾ ਕੇ ਫਿਰ ਤੁਸੀਂ ਆਪਣੇ ਅੱਗੇ ਚੱਲਣਾ। ਠੀਕ ਹੈ, ਥੈਂਕ ਯੂ। ਠੀਕ ਹੈ ਬ੍ਰਦਰ, ਠੀਕ ਹੈ। ਬਿਲਕੁਲ ਬਿਲਕੁਲ ਕਮਲ ਭਾਜੀ, ਬਹੁਤ ਬਹੁਤ ਵਧੀਆ ਤੁਸੀਂ ਦੱਸਿਆ। ਮੈਂ ਥੋੜਾ ਜਿਹਾ ਇਹਦੇ 'ਚ ਹੋਰ ਐਡ ਕਰਨਾ ਚਾਹੁੰਦਾ ਫੁੱਲ ਭਾਈ। ਜਿੱਦਾਂ ਅਸੀਂ ਕਹਿੰਦੇ ਆ ਵੀ ਅਸੀਂ ਪਹਿਲੇ 5 ਬੰਦੇ ਹੀ ਆਪਣੇ ਨਾਲ ਡਾਇਰੈਕਟਲੀ ਸਪਾਂਸਰ ਕਰਕੇ ਉਹਨਾਂ ਨੂੰ ਸਿਖਾਉਣਾ, ਸੋ ਇਹ ਕਦੀ ਨਹੀਂ ਹੋਣਾ ਵੀ ਇਕੱਠੇ 5 ਸਾਡੇ ਕੋਲ ਅੱਜ ਹੀ ਆ ਜਾਣੇ ਨੇ। ਜਦੋਂ ਅਸੀਂ ਸਿਖਾਉਣਾ ਸ਼ੁਰੂ ਕਰ ਰਹੇ ਹਾਂ ਤੇ ਕੋਈ ਸਾਡੇ ਕੋਲ 5 ਨੂੰ ਲੱਭਣ ਦੇ ਲਈ ਸਾਨੂੰ 10-15 ਚੋਂ ਨਿਕਲਣਾ ਤੇ ਸਾਨੂੰ ਕੋਈ ਇੱਕ ਮਿਲਣਾ। ਜਦੋਂ ਸਾਨੂੰ ਇੱਕ ਮਿਲਣਾ ਅਸੀਂ ਉਹਦੇ ਨਾਲ ਕੰਮ ਸ਼ੁਰੂ ਕਰ ਦਿੰਦੇ ਹਾਂ। ਜਦੋਂ ਇੱਕ ਨਾਲ ਅਸੀਂ ਕੰਮ ਸ਼ੁਰੂ ਕਰ ਦਿੰਦੇ ਹਾਂ, ਉਹਨੂੰ ਸਿਖਾਉਣਾ ਸ਼ੁਰੂ ਕਰ ਦਿੰਦੇ ਹਾਂ, ਉਹਨੂੰ ਟੀਚ ਕਰਨਾ ਸ਼ੁਰੂ ਕਰ ਦਿੰਦੇ ਹਾਂ, ਤੇ ਉਹ ਉਨੀ ਦੇਰ ਤੱਕ ਉਹਦਾ ਲੈਵਲ, ਉਹਦਾ ਗੇਅਰ ਅਪ ਹੋ ਜਾਂਦਾ ਤੇ ਉਹ ਥੱਲੇ ਚੱਲ ਜਾਂਦਾ। ਉਹ ਓਨਾ ਕੁ ਕੈਪੇਬਲ ਹੋ ਜਾਂਦਾ ਵੀ ਉਹ ਆਪਣੇ ਥੱਲੇ ਵਾਲੇ ਨੂੰ ਸਿਖਾ ਸਕੇ। ਇਸੇ ਤਰੀਕੇ ਨਾਲ ਜਦੋਂ ਅਸੀਂ ਦੂਜਾ ਫਾਈਂਡ ਆਊਟ ਕਰਦੇ ਜਾਂਦੇ ਹਾਂ ਤੇ ਸਾਨੂੰ ਦੂਜਾ ਮਿਲ ਜਾਂਦਾ। ਅਲਟੀਮੇਟਲੀ ਇਟ ਵਿਲ ਟੇਕ ਟਾਈਮ, ਇਹਨਾਂ ਦੋਨਾਂ ਦੇ ਵਿੱਚ ਗੈਪ ਹੁੰਦਾ। ਡਾਇਰੈਕਟਲੀ 5 ਨੂੰ ਅਸੀਂ ਨਹੀਂ ਸਿਖਾਉਂਦੇ ਵੀ ਉਹ ਅੱਗੇ ਆਪਣੇ 5 ਨੂੰ ਕਿੱਦਾਂ ਸਿਖਾ ਦੇਣ, ਹੌਲੀ ਹੌਲੀ ਚੱਲਦਾ। ਪਹਿਲੇ ਨੂੰ ਜਦੋਂ ਸਿਖਾਇਆ ਉਹ ਇੱਕ ਲੈਵਲ ਡੀਪ ਚਲਾ ਗਿਆ, ਫਿਰ ਉਹ ਓਨਾ ਸਿਆਣਾ ਜਾਂ ਓਨਾ ਕੈਪੇਬਲ ਹੋ ਜਾਂਦਾ ਵੀ ਉਹ ਥੱਲੇ ਆਪਣੇ ਬੰਦੇ ਨੂੰ ਇੱਕ ਨੂੰ ਹੋਰ ਸਿਖਾ ਸਕਦਾ। ਏਦਾਂ ਕਰਦੇ ਕਰਦੇ ਅਸੀਂ 3 ਲੈਵਲ ਡੀਪ ਇਕੱਠੇ 5 ਨਾਲ ਨਹੀਂ ਜਾਂਦੇ। ਅਸੀਂ ਇਕੱਠੇ 5 ਨਾਲ ਪਹਿਲਾਂ 5 ਨਾਲ ਚਲੇ ਗਏ, ਫਿਰ ਇੱਕਦਮ ਹੀ 25 ਨੂੰ ਸਿਖਾਉਣ ਲੱਗ ਪਏ। ਉਹ ਇੱਕ ਇੱਕ ਕਰਕੇ ਜਾਂਦੇ ਆ ਤੇ ਇੱਕ ਇੱਕ ਨੂੰ ਸਿਖਾਉਂਦੇ ਆ। ਜਦੋਂ ਉਹ ਓਨਾ ਕੈਪੇਬਲ ਹੋ ਜਾਂਦਾ ਵੀ ਉਹ ਥੱਲੇ ਜਾ ਰਿਹਾ। ਜਿੱਦਾਂ ਹੁਣ ਤੁਹਾਡੇ ਲਈ ਐਗਜ਼ਾਮਪਲ ਲੈ ਲਈਏ, ਇੱਥੇ ਆਪਣੇ ਅਮਰਿੰਦਰ ਦੇ ਵਿੱਚ ਅਸੀਂ ਤੁਹਾਨੂੰ ਸਿਖਾ ਰਹੇ ਹਾਂ। ਇਸ ਵੇਲੇ ਤੁਹਾਨੂੰ ਤੇ ਵਿਸ਼ਾਲ ਨੂੰ ਸਿਖਾ ਰਹੇ ਹਾਂ ਤੇ ਵਿਸ਼ਾਲ ਨੂੰ ਇੰਨਾ ਕੈਪੇਬਲ ਕਰ ਰਹੇ ਹਾਂ ਵੀ ਉਹ ਅੱਗੇ ਆਪਣੇ ਬਲਵਿੰਦਰ ਨੂੰ ਸਿਖਾਵੇ। ਸੋ ਇੱਕ ਇੱਕ ਕਰਕੇ ਕਰ ਰਹੇ ਹਾਂ, ਇਕੱਠੇ ਨਹੀਂ ਹੁੰਦਾ ਵੀ 5 ਨੂੰ ਸਿਖਾ ਲਿਆ ਫਿਰ ਉਸ ਤੋਂ ਬਾਅਦ 125 ਹੋ ਗਏ, 125 ਹੋ ਗਏ। 125 ਜਦੋਂ ਆਉਣੇ ਨੇ ਉਦੋਂ ਤੱਕ ਜਿਹੜੇ ਉਤਲੇ 25 ਹੋਣੇ ਨੇ ਉਹ ਬਹੁਤ ਤਰੀਕੇ ਨਾਲ ਸਿੱਖ ਚੁੱਕੇ ਹੋਣੇ ਨੇ ਤਾਂ ਕਿ ਉਹ ਆਪੋ ਆਪਣੇ 5 ਨੂੰ ਅੱਗੇ ਸਿਖਾ ਸਕਣ। ਠੀਕ ਹੈ, ਥੈਂਕ ਯੂ। ਸੋ ਇਹਦੇ ਵਿੱਚ ਇੰਨਾ ਤੁਹਾਨੂੰ ਜਿਹੜਾ ਆਪਾਂ ਨੂੰ ਲੱਗਦਾ ਵੀ ਇੰਨਾ ਟਾਈਮ ਕੰਜ਼ਿਊਮਿੰਗ ਹੋ ਜਾਊਗਾ, ਡੈਫੀਨੇਟਲੀ ਜਦੋਂ ਥਿਓਰੈਟੀਕਲੀ ਆਪਾਂ ਦੇਖਦੇ ਹਾਂ ਕਾਗਜ਼ ਦੇ ਉੱਤੇ ਜਾਂ ਪ੍ਰੈਜੈਂਟੇਸ਼ਨ ਦੇਖਦੇ ਹਾਂ ਤੇ ਉਦੋਂ ਲੱਗਦਾ ਵੀ 5 ਹੋ ਗਏ, ਫਿਰ ਉਸ ਤੋਂ ਅੱਗੇ 25 ਨੂੰ ਸਿਖਾਉਣਾ, ਫਿਰ ਉੱਤੇ ਅੱਗੇ ਇੱਕਦਮ 125 ਨੂੰ ਸਿਖਾਉਣਾ। ਉਹ 125 ਨੂੰ ਸਿਖਾਉਣ ਦੇ ਲਈ ਸਾਨੂੰ ਪਹਿਲਾਂ ਜਦ ਤੱਕ ਆਉਣਾ ਜਿਹੜੇ 25 ਨੇ ਉਹ ਸਾਡੇ ਟ੍ਰੇਨਡ ਹੋ ਚੁੱਕੇ ਹੋਣੇ ਨੇ। ਸੋ ਕਰੈਕਟ ਗ੍ਰਾਮਰ, ਬਹੁਤ ਵਧੀਆ, ਐਕਸਲੈਂਟ ਜੀ ਭਾਜੀ। ਸੋ ਬਹੁਤ ਵਧੀਆ ਅੱਜ ਪ੍ਰੈਜੈਂਟੇਸ਼ਨ ਸੀਗੀ ਜਿਹੜੀ ਅਮਰਿੰਦਰ ਨੇ ਕੀਤੀ। ਸੋ ਇਹ ਪ੍ਰੈਜੈਂਟੇਸ਼ਨ ਬਿਲਕੁਲ ਸਹੀ ਹੈ। ਸਾਨੂੰ ਨੈਪਕਿਨ ਪ੍ਰੈਜੈਂਟੇਸ਼ਨ 1 ਦਾ ਹੀ ਅੱਗੇ ਐਕਸਟੈਂਡਡ ਵਰਜ਼ਨ ਹੈ। ਸੋ ਜਦੋਂ ਅਸੀਂ ਦੇਖਦੇ ਹਾਂ ਵੀ ਇਟਸ ਏ ਬਿਜ਼ਨਸ ਆਫ ਨੋਟ ਏ ਸੈਲਿੰਗ, ਫਸਟ ਆਫ ਆਲ ਇਹ ਸਾਨੂੰ ਕਲੀਅਰ ਹੁੰਦਾ ਇਟਸ ਨੋਟ ਏ ਬਿਜ਼ਨਸ ਆਫ ਸੈਲਿੰਗ, ਇਟ ਇਜ਼ ਏ ਬਿਜ਼ਨਸ ਆਫ ਟੀਚਿੰਗ ਐਜ਼ ਵੈਲ ਐਜ਼ ਡੁਪਲੀਕੇਸ਼ਨ। ਸੋ ਇਸ ਪ੍ਰੈਜੈਂਟੇਸ਼ਨ ਤੋਂ ਸਾਨੂੰ ਇਹ ਪਤਾ ਲੱਗਦਾ ਵੀ ਜਿਹੜੀ ਪਾਵਰ ਆਫ ਮਲਟੀਪਲੀਕੇਸ਼ਨ ਹੈ, ਪਾਵਰ ਆਫ ਮਲਟੀਪਲੀਕੇਸ਼ਨ ਕਿਸ ਤਰੀਕੇ ਨਾਲ ਕੰਮ ਕਰਦੀ ਹੈ। ਵੀ ਮਲਟੀਪਲਾਈ ਨੰਬਰਸ ਇਨ ਦਾ ਡੈਪਥ। ਜਦੋਂ ਅਸੀਂ ਡੈਪਥ ਵਿੱਚ ਕੰਮ ਕਰਦੇ ਹਾਂ ਤੇ ਉਹਦੇ ਨਾਲ ਸਿਰਫ ਇੱਕ ਸਪਾਂਸਰ ਕਿਸੇ ਨੂੰ ਵੱਧ ਕਰਨ ਦੇ ਨਾਲ ਸਾਡਾ ਜਿਹੜਾ ਵੋਲਿਊਮ ਹੈ ਉਹ ਕਿੰਨਾ, ਸਾਡੀ ਜਿਹੜੀ ਨੰਬਰ ਹੈ ਗੇਮ ਹੈ ਨੈਟਵਰਕ ਦੇ ਵਿੱਚ ਉਹ ਕਿੰਨੀ ਵੱਡੀ ਹੋ ਜਾਂਦੀ ਹੈ। ਸੋ ਸਭ ਤੋਂ ਪਹਿਲਾਂ ਤੇ ਜਦੋਂ ਬੰਦਾ ਸਾਡੇ ਨਾਲ ਕੋਈ ਆਉਂਦਾ ਤੇ ਉਹਨੂੰ ਸ਼ੰਕਾ ਹੁੰਦਾ ਉਹਦੇ ਦਿਮਾਗ 'ਚ ਵੀ ਯਾਰ ਮੈਂ ਕਿੰਨੇ ਕੁ ਬੰਦਿਆਂ ਨਾਲ ਕੰਮ ਕਰਨਾ, ਉਹ ਸ਼ੰਕੇ ਕਲੀਅਰ ਹੁੰਦੇ ਨੇ ਅੱਜ ਵੀ ਮੈਂ ਬਹੁਤ ਸਾਰੇ ਬੰਦਿਆਂ ਨਾਲ ਕੰਮ ਕਰਨਾ, ਮੈਂ ਕਿੰਨੇ ਬੰਦੇ ਆਪਣੇ ਨੈਟਵਰਕ 'ਚ ਲਿਆਵਾਂ, ਕਿਸ ਤਰੀਕੇ ਨਾਲ ਕਰਾਂ। ਬਟ ਇਸ ਤਰ੍ਹਾਂ ਹੁੰਦਾ ਨਹੀਂ, ਕਿਉਂਕਿ ਅਸੀਂ ਥੋੜੇ ਜਿਹੇ ਬੰਦਿਆਂ ਦੇ ਨਾਲ ਹੀ ਕੰਮ ਨੂੰ ਸ਼ੁਰੂ ਕਰਕੇ ਇਸ ਨੂੰ ਵਧੀਆ ਕਰ ਸਕਦੇ ਹਾਂ। ਸਿਰਫ ਅਸੀਂ 2 ਬੰਦਿਆਂ ਦੇ ਨਾਲ ਕੰਮ ਸ਼ੁਰੂ ਕਰਕੇ ਜਦੋਂ ਆਪਣੇ ਨੈਟਵਰਕ ਨੂੰ ਅੱਗੇ ਵਧਾਉਂਦੇ ਹਾਂ ਤੇ ਹੌਲੀ ਹੌਲੀ ਜਦੋਂ ਉਹਦੇ ਨਾਲ ਅਸੀਂ ਐਡ ਅਪ ਕਰਦੇ ਜਾਂਦੇ ਹਾਂ ਤਾਂ ਇੱਕ ਸਾਡਾ ਬਹੁਤ ਹੀ ਵੱਡਾ ਹਿਊਜ ਵੋਲਿਊਮ ਬਣ ਜਾਂਦਾ ਤੇ ਉੱਥੇ ਸਾਡੇ ਜਿਹੜੇ ਡਾਊਟਸ ਨੇ ਉਹ ਕਲੀਅਰ ਹੁੰਦੇ ਨੇ ਵੀ ਮੈਨੂੰ ਕਿੰਨੇ ਸਪਾਂਸਰ ਕਰਨੇ ਪੈਣਗੇ, ਕਿੱਡਾ ਵੱਡਾ ਮੇਰਾ ਨੈਟਵਰਕ ਹੋਏਗਾ, ਮੈਨੂੰ ਕਿੰਨਾ ਰੈਵਨਿਊ ਆਏਗਾ,
ਤੇ ਮੇਰਾ ਕਿੰਨਾ ਰੈਵਨਿਊ ਹੋਏਗਾ, ਮੇਰੀ ਕਿੰਨੀ ਸੇਲ ਹੋਏਗੀ, ਇਹ ਸਾਰੀ ਪ੍ਰੈਜੈਂਟੇਸ਼ਨ ਦੇ ਵਿੱਚ ਇਹਨੇ ਬਹੁਤ ਵਧੀਆ ਤਰੀਕੇ ਨਾਲ ਕਲੀਅਰ ਕੀਤਾ ਵੀ ਅਸੀਂ ਕੁਛ ਕੁ ਬੰਦਿਆਂ ਨਾਲ ਕੰਮ ਸ਼ੁਰੂ ਕਰਕੇ ਇਨੀਸ਼ੀਅਲੀ ਉਹਦੇ ਵਿੱਚ ਹੌਲੀ ਹੌਲੀ ਜਦੋਂ ਅਸੀਂ ਐਡ ਅਪ ਕਰਦੇ ਜਾਵਾਂਗੇ, ਆਪਣੇ ਫਰੈਂਡਸ ਨੂੰ ਨਾਲ ਜੋੜਦੇ ਜਾਵਾਂਗੇ, ਤੇ ਉਹ ਇੱਕ ਨੈਟਵਰਕ ਸਾਡੇ ਕੋਲ ਏਡਾ ਵੱਡਾ ਹੋ ਜਾਏਗਾ ਜਿਹੜਾ ਕਿ ਇਹ ਸਿਰਫ ਜਸਟ ਐਡਿੰਗ 1 or 2 numbers at different level. By just adding one number, wonder happens. ਸੋ ਜਿੰਨੇ ਵੀ ਮਨ 'ਚ ਸਾਡੇ ਸ਼ੰਕੇ ਨੇ ਵੀ ਮੈਂ 125 ਕਰਨ ਦੇ ਲਈ, ਜਾਂ ਮੈਂ ਥੱਲੇ ਜਿਹੜੀ ਐਗਜ਼ਾਮਪਲ ਉਹਨੇ ਦੱਸੀ ਹੈ ਵੀ ਮੈਂ 1554 ਬੰਦਿਆਂ ਨੂੰ ਜਾਂ ਆਪਣੇ ਫਰੈਂਡਸ ਨੂੰ ਆਪਣੇ ਨਾਲ ਨੈਟਵਰਕ ਵਿੱਚ ਬਣਾਉਣ ਦੇ ਲਈ ਮੈਨੂੰ 1554 ਨੂੰ ਜੋੜਨ ਦੇ ਲਈ ਇਨੀਸ਼ੀਅਲੀ ਕਿੰਨਿਆਂ ਨਾਲ ਕੰਮ ਕਰਨਾ ਪਏਗਾ? ਬਿਲਕੁਲ ਵੀ ਨਹੀਂ। ਉਹ ਕਹਿੰਦਾ ਵੀ ਉਹਨੇ ਬੜਾ ਵਧੀਆ ਐਕਸਪਲੇਨ ਕੀਤਾ, 6 ਬੰਦਿਆਂ ਦੇ ਨਾਲ 6 ਦੇ ਨਾਲ ਕੰਮ ਕਰਕੇ ਅਸੀਂ 1554 ਕਰ ਸਕਦੇ, ਤੇ 5 ਨਾਲ ਜੇ ਅਸੀਂ ਕੰਮ ਕਰ ਰਹੇ ਹਾਂ ਤੇ 780 ਹੋ ਸਕਦੇ ਨੇ ਬਾਈ ਜਸਟ ਐਡਿੰਗ ਸਿੰਗਲ ਪਰਸਨ। ਕਿਸੇ ਵੀ ਲੈਵਲ ਤੇ ਉਹ ਨੈਟਵਰਕ ਦੇ ਵਿੱਚ ਆਉਣ ਨਾਲ ਤੁਹਾਡਾ ਇੱਕ ਬਹੁਤ ਵੱਡਾ ਨੈਟਵਰਕ ਬਣਦਾ। ਮੇਨ ਇਹਦੇ ਵਿੱਚ ਇਹੋ ਹੀ ਆ। ਸੋ ਫਰਦਰ ਅੱਗੇ ਉਹਨੇ ਥੋੜੀ ਜਿਹੀ ਗੱਲ ਸੇਲਸ ਦੀ ਵੀ ਕੀਤੀ ਹੈ। ਉਹਦੇ ਵਿੱਚ ਸੇਲ ਨਹੀਂ ਹੈ, ਅਸੀਂ ਪਹਿਲਾਂ ਵੀ ਪੜਿਆ, ਇਟਸ ਸ਼ੇਅਰਿੰਗ। lot of distributors ਜਦੋਂ ਰਿਟੇਲ ਕਰਦੇ ਨੇ ਥੋੜਾ ਥੋੜਾ ਆਪਣੇ ਲਈ ਯੂਜ਼ ਕਰਦੇ ਨੇ ਥੋੜਾ ਥੋੜਾ, ਤਾਂ ਉਹ ਇੱਕ ਹਿਊਜ ਵੋਲੀਅਮ ਜਨਰੇਟ ਹੋ ਜਾਂਦਾ ਸਾਡੇ ਨੈਟਵਰਕ ਵਿੱਚ। ਸੋ ਇਟਸ ਅ ਵੰਡਰਫੁਲ ਪ੍ਰੈਜੈਂਟੇਸ਼ਨ। ਬਹੁਤ ਵਧੀਆ ਤਰੀਕੇ ਨਾਲ ਇਹਨੂੰ ਐਕਸਪਲੇਨ ਕੀਤਾ ਗਿਆ ਬਈ ਅਸੀਂ ਇਹ ਨਹੀਂ ਟੈਨਸ਼ਨ ਲੈਣੀ, ਇਹ ਮਨ ਵਿੱਚ ਨਹੀਂ ਲਾਉਣਾ। ਐਗਜ਼ੈਕਟ ਫਾਈਨਲ ਫਿਗਰਸ ਦੇਖ ਕੇ ਸਾਨੂੰ ਡਰ ਲੱਗ ਜਾਂਦਾ ਬਈ ਯਾਰ ਇੰਨੇ ਮੇਰੇ ਨੈਟਵਰਕ 'ਚ ਬੰਦੇ ਆਉਣੇ ਕਿੱਥੋਂ ਨੇ, ਕਿੱਥੋਂ ਆ ਸਕਦੇ ਨੇ, ਇੰਨੇ ਤੇ ਹੋ ਹੀ ਨਹੀਂ ਸਕਦੇ, ਮੈਨੂੰ ਤੇ ਇੰਨੀ ਦੁਨੀਆ ਜਾਣਦੀ ਹੋਈ ਨਹੀਂ। ਸੋ ਹਾਊ ਇਟ ਹੈਪਨਸ। ਸੋ ਉਦੋਂ ਹੀ ਸਾਨੂੰ ਇਹ ਪ੍ਰੈਜੈਂਟੇਸ਼ਨ ਕਲੀਅਰ ਕਰਦੀ ਹੈ ਬਹੁਤ ਵਧੀਆ ਵੀ ਭਾਈ ਸਾਹਿਬ ਇਦਾਂ ਨਹੀਂ, ਤੁਸੀਂ ਸ਼ੁਰੂ ਕਰੋ ਤੇ ਡੈਪਥ ਵਿੱਚ ਕੰਮ ਕਰੋ, ਉਹਨਾਂ ਨੂੰ ਸਿਖਾਉਣਾ ਸ਼ੁਰੂ ਕਰੋ, ਟੀਚ ਕਰਨਾ ਸ਼ੁਰੂ ਕਰੋ ਸੇਲਜ਼ਮੈਨ ਵਾਂਗੂ। ਇਹ ਨਾ ਤੁਹਾਡੇ ਦਿਮਾਗ 'ਚ ਆਵੇ ਵੀ ਮੈਂ ਪਹਿਲਾਂ ਆਪਣੇ ਨਾਲ ਹੀ ਡਾਇਰੈਕਟ ਵਿੱਚ ਲਾ ਲਾ ਬੰਦੇ ਤੇ 4 ਪੈਸੇ ਕਮਾਉਣਾ ਸ਼ੁਰੂ ਕਰਦਾ। ਜਦੋਂ ਉਹ ਵਾਲੀ ਮੈਂਟੈਲਿਟੀ ਆ ਜਾਂਦੀ ਹੈ ਵੀ ਮੈਂ ਆਪਣੇ ਨਾਲ ਡਾਇਰੈਕਟ ਵਿੱਚ ਬੰਦੇ ਤੇ ਉਹਨਾਂ ਤੋਂ ਪੈਸੇ ਕਮਾਉਣੇ ਸ਼ੁਰੂ ਕਰਨਾ, ਜਾਂ ਉਹ ਆਪਣੇ ਲਈ ਹੀ ਕੰਮ ਕਰੀ ਜਾਵਾਂ, ਉਦੋਂ ਫਿਰ ਤੁਹਾਡੀ ਟੀਚਿੰਗ ਨਹੀਂ ਹੁੰਦੀ, ਉਦੋਂ ਤੁਸੀਂ ਕਿਸੇ ਨੂੰ ਸਿਖਾ ਨਹੀਂ ਪਾਉਂਦੇ। ਸੋ ਇਹਦੇ ਇਟਸ ਅ ਬਿਜ਼ਨਸ ਆਫ ਟੀਚਿੰਗ, ਇਟਸ ਅ ਬਿਜ਼ਨਸ ਆਫ ਡੁਪਲੀਕੇਸ਼ਨ ਤਾਂ ਹੀ ਹੋਣੀ ਹੈ ਜਦੋਂ ਤੁਸੀਂ ਕਿਸੇ ਦੇ ਲਈ ਕੰਮ ਕਰੋਗੇ। ਵੈਨ ਵੀ ਸਪਾਂਸਰ ਸਮਵਨ, ਅਸੀਂ ਜਦੋਂ ਕਿਸੇ ਨੂੰ ਸਪਾਂਸਰ ਕੀਤਾ, ਇਟਸ ਆਵਰ ਰਿਸਪੌਂਸਿਬਿਲਿਟੀ, ਸਾਡੀ ਰਿਸਪੌਂਸਿਬਿਲਿਟੀ ਬਣ ਜਾਂਦੀ ਹੈ ਉਹਦੇ ਲਈ ਜਾ ਕੇ ਕੰਮ ਕਰਨਾ। ਇਹ ਥਿਓਰੈਟੀਕਲੀ ਤੇ ਬਹੁਤ ਵਧੀਆ ਲਿਖਿਆ ਵੀ ਉਹਦੇ ਵਿੱਚ ਤੇ ਅਸੀਂ ਬੋਲਦੇ ਵੀ ਹਾਂ, ਬਟ ਪ੍ਰੈਕਟੀਕਲੀ ਸਾਨੂੰ ਇਸ ਤਰੀਕੇ ਨਾਲ ਜਦੋਂ ਕਰਾਂਗੇ ਤੇ ਜਿਹੜਾ ਟ੍ਰੇਜਰ ਹੈ, ਜਿਹੜਾ ਅਸਲੀ ਕਮਾਈ ਹੈ, ਅਸਲੀ ਪੈਸਾ, ਅਸਲੀ ਖਜ਼ਾਨਾ, ਉਹ ਡੈਪਥ ਵਿੱਚ। ਸੋ ਸਾਨੂੰ ਡੈਪਥ ਵਿੱਚ ਜਾਣਾ ਤੇ ਡੈਪਥ ਵਿੱਚ ਆਪਣਾ ਬੰਦਾ ਜਿਹਦੇ ਨਾਲ ਅਸੀਂ ਕੰਮ ਕਰ ਰਹੇ ਹਾਂ ਉਹਦੇ ਅੱਗੇ ਬੰਦਿਆਂ ਦੇ ਨਾਲ, ਉਹਦੇ ਅੱਗੇ ਦੋਸਤਾਂ ਦੇ ਨਾਲ, ਉਹਦੇ ਅੱਗੇ ਫਰੈਂਡਸ ਦੇ ਨਾਲ ਮਿਲਣਾ। ਮੇਕ ਫਰੈਂਡ ਐਂਡ ਮੀਟ देयर ਫਰੈਂਡਸ, ਕੱਲ ਵੀ ਅਸੀਂ ਕੀਤਾ ਸੀਗਾ, ਮੇਕ ਫਰੈਂਡ ਐਂਡ ਮੀਟ देयर ਫਰੈਂਡ। ਉਹਦੇ ਦੋਸਤਾਂ ਨੂੰ ਉਹ ਆਪਾਂ ਦੋਸਤ ਬਣਾਉਣੇ ਨੇ ਤੇ ਅੱਗੇ ਉਹਨਾਂ ਦੇ ਥੱਲੇ ਚੱਲ ਜਾਣਾ। ਇਸੇ ਤਰੀਕੇ ਨਾਲ ਜਾਂਦੇ ਜਾਂਦੇ ਸਾਡੇ ਕੋਲ ਇੱਕ ਨੈਟਵਰਕ ਬਹੁਤ ਵੱਡਾ ਬਣ ਜਾਂਦਾ ਹੈ। ਇਵੈਂਚੁਅਲੀ ਸਾਡੇ ਕੋਲ ਉਹਨਾਂ ਸਾਰੇ ਦੋਸਤਾਂ ਦਾ ਨੈਟਵਰਕ ਹੈ ਜਿਹੜੇ ਕਿ ਸਟੇਬਲ ਨੇ, ਸਾਡੇ ਨਾਲ ਸਸਟੇਨੇਬਲ ਨੇ। ਇਹ ਜਦੋਂ ਇਹਦੇ ਵਿੱਚ ਅਸੀਂ ਬੜਾ ਵਧੀਆ ਅਮਰਿੰਦਰ ਨੇ ਦੱਸਿਆ ਵੀ ਇਟਸ ਨਾਟ ਅ ਬਿਜ਼ਨਸ ਆਫ ਐਡੀਸ਼ਨ ਐਂਡ ਸਬਟ੍ਰੈਕਸ਼ਨ, ਇਟ ਇਜ਼ ਅ ਬਿਜ਼ਨਸ ਆਫ ਮਲਟੀਪਲੀਕੇਸ਼ਨ। ਹੁਣ ਮਲਟੀਪਲੀਕੇਸ਼ਨ ਹਮੇਸ਼ਾ ਡੈਪਥ ਵਿੱਚ ਹੁੰਦੀ ਹੈ, ਐਡੀਸ਼ਨ ਸਬਟ੍ਰੈਕਸ਼ਨ ਆਪਣੇ ਨਾਲ ਡਾਇਰੈਕਟ ਵਿੱਚ ਹੁੰਦੀ ਹੈ। ਸੋ ਆਈ ਥਿੰਕ ਸੋ ਇਹ ਪ੍ਰੈਜੈਂਟੇਸ਼ਨ ਬਹੁਤ ਕੁਝ ਕਲੀਅਰ ਕਰਦੀ ਹੈ ਸਾਨੂੰ ਵੀ ਸਾਡੇ ਦਿਮਾਗ ਦੇ ਜਿਹੜੇ ਸ਼ੰਕੇ ਨੇ ਉਹਨਾਂ ਨੂੰ ਦੂਰ ਕਰਦੀ ਹੈ ਵੀ ਮੈਂ ਕਿੰਨੇ ਬੰਦਿਆਂ ਨਾਲ ਕੰਮ ਕਰਨਾ ਤੇ ਮੇਰਾ ਭਾਈ ਸਾਹਿਬ ਏਡਾ ਵੱਡਾ ਨੈਟਵਰਕ ਬਣੇਗਾ ਕਿੱਦਾਂ। ਉਹ ਇਸ ਤਰੀਕੇ ਨਾਲ ਬਣੇਗਾ, ਉਹ ਆਪਾਂ ਹੁਣੇ ਡਿਸਕਸ ਕੀਤਾ ਕਿ ਜਦੋਂ ਅਸੀਂ ਥੋੜਾ ਥੋੜਾ ਕੰਮ ਕਰਾਂਗੇ ਆਪਣੇ ਦੋਸਤਾਂ ਦੇ ਨਾਲ ਤੇ ਅੱਗੇ ਉਹਨਾਂ ਦੇ ਦੋਸਤਾਂ ਦੇ ਨਾਲ ਕੰਮ ਕਰਾਂਗੇ, ਉਹਨਾਂ ਨੂੰ ਮਿਲਾਂਗੇ। ਸੋ ਇਟ ਇਜ਼ ਅ ਵੰਡਰਫੁਲ ਪ੍ਰੈਜੈਂਟੇਸ਼ਨ। ਦੈਟਸ ਇਟ ਫਰੋਮ ਮਾਈ ਸਾਈਡ। हेलो,
ਜੀ ਬਲਦੇਵ ਭਾਜੀ ਜੀ ਜੇ ਪ੍ਰੈਜੈਂਟੇਸ਼ਨ ਦੇਖਣ ਨਾਲ ਇਹ ਸਮਝ ਆਉਂਦੀ ਹੈ ਕਿ ਜਿੱਦਾਂ ਜਿੱਦਾਂ ਆਪਾਂ ਡੈਪਥ 'ਚ ਜਾਵਾਂਗੇ ਸਾਡੇ ਅੰਦਰ ਵੀ ਲੀਡਰਸ਼ਿਪ ਕੁਆਲਿਟੀ ਪੈਦਾ ਹੁੰਦੀ ਜਾਂਦੀ ਹੈ ਔਰ ਕੁਝ ਅਰਨਿੰਗ ਵੀ ਨਾਲ ਚਾਲੂ ਹੁੰਦੀ ਹੈ। ਤੇ ਆ ਜੋ ਗੁਰਪ੍ਰੀਤ ਭਾਜੀ ਜੋ ਤੁਹਾਡੇ ਡਾਊਟ ਹੈ ਬਿਲਕੁਲ ਸਹੀ ਨੇ, ਪਰ ਉਹ ਨਿਕਲਦੇ ਜਾਣਗੇ ਜਦੋਂ ਆਪਾਂ ਬਿਜ਼ਨਸ ਕਰਨ ਲੱਗ ਪੈਂਦੇ ਆ ਤਾਂ ਆਪਾਂ 2000 ਬੰਦੇ ਨੂੰ ਵੀ ਕੰਟਰੋਲ ਕਰਦੇ ਆ। ਜਿਹੜੇ ਵੱਡੇ ਬਿਜ਼ਨਸਮੈਨ ਨੇ ਇਸ ਵੇਲੇ ਕਰ ਰਹੇ, ਪਰ ਉਹ they don't know each other, but they are controlling by their team ਜਾਂ network members। तो सिमिलरली जो भाजी ने दसिया कमल भाजी ने गुरुमर जी ने कि ਆਪਾਂ ਮਾਈਕਰੋਜ਼ੂਮ ਜੋ ਹੁਣ ਕਰਦੇ ਪਏ ਇਹਦਾ ਮਤਲਬ ਵੀ ਉਹੀ ਹੈ ਕਿ ਆਪਾਂ ਨੂੰ ਟ੍ਰੇਨ ਹੋਣਾ ਕਿ ਜੋ ਭਾਜੀ ਸਾਨੂੰ ਸਿਖਾ ਰਹੇ ਆਪਾਂ ਨੂੰ ਵੀ ਕਿਸੇ ਨੂੰ ਸਿਖਾਉਣਾ। ਇਸ ਵਾਸਤੇ ਹੀ ਬੈਠੇ ਆ। ਦਾ ਪਰਪਸ ਆਫ ਦਿਸ ਮਾਈਕਰੋਜ਼ੂਮ ਕਾਲ ਇਜ਼ the only and only one कि आप अपने अंदर लीडरशिप क्वालिटी पैदा करो। तुसी भी इसे सिस्टम ਨੂੰ ਸਮਝੋ, ਲੀਡਰਸ਼ਿਪ ਕੁਆਲਿਟੀ ਪੈਦਾ ਕਰੋ ਔਰ ਇੱਕ ਚੰਗੇ ਪ੍ਰੋਸਪੈਕਟ ਨੂੰ ਜੋ ਆਪਣੀ ਲਾਈਫ ਨੂੰ ਚੰਗੀ ਤਰ੍ਹਾਂ ਜੀਣਾ ਚਾਹੁੰਦੇ ਉਹਦੇ ਨਾਲ ਗੱਲ ਕਰੋ। ਡੈਫੀਨਿਟਲੀ ਨੈਟਵਰਕ ਨੂੰ ਬਦਲਣ ਤੋਂ ਕੋਈ ਵੀ ਨਹੀਂ ਰੋਕ ਸਕਦਾ। ਦੈਟਸ ਆਲ। ਥੈਂਕ ਯੂ ਸਰ। ਥੈਂਕ ਯੂ ਭਾਜੀ, ਥੈਂਕ ਯੂ। ਬਹੁਤ ਵਧੀਆ ਬਲਦੇਵ ਭਾਜੀ, ਬਹੁਤ ਵਧੀਆ, ਐਕਸਲੈਂਟ। ਇਹਦੇ ਵਿੱਚ ਇਹੀ ਹੈ ਕਿ ਹਾਊ ਵੀ ਟੀਚ people to further teach people. It's a business of duplication। ਔਰ MLM ਦੇ ਵਿੱਚ ਇੱਕ ਨਾ ਕਹਾਵਤ ਹੈ, ਜਿਹੜਾ ਤੁਹਾਡਾ ਲੀਡਰ ਹੈ ਨਾ, he is living in a glass house। ਉਹਨੂੰ ਸਭ ਦੇਖ ਰਹੇ ਨੇ ਤੇ ਉਹਨੂੰ ਸਭ ਡੁਪਲੀਕੇਟ ਕਰ ਰਹੇ ਨੇ। ਇਹ ਡੁਪਲੀਕੇਸ਼ਨ ਦਾ ਕੰਮ ਹੈ। ਜਿੱਦਾਂ ਜਿੱਦਾਂ ਤੁਸੀਂ ਕਰਦੇ ਜਾਓਗੇ ਉਦਾਂ ਉਦਾਂ ਤੁਹਾਡੀ ਟੀਮ ਕਰਦੀ ਜਾਊਗੀ। ਤੇ ਸਿਸਟਮ ਡਰਿਵਨ ਹੈ। ਜਦੋਂ ਇੱਕ ਸਿਸਟਮ ਦੇ ਨਾਲ ਟੀਮ ਜੁੜ ਜਾਂਦੀ ਹੈ ਫਿਰ ਇਹ ਸਿਸਟਮ ਦੇ ਨਾਲ ਹੀ ਚੱਲੀ ਜਾਂਦਾ ਹੈ। ਮੈਨ ਡਰਿਵਨ ਨਹੀਂ ਹੈ, ਇਟਸ ਅ ਸਿਸਟਮ ਡਰਿਵਨ। ਜਿਹੜੀ ਆਪਾਂ ਬੁੱਕ ਦੀ 10 ਪ੍ਰੈਜੈਂਟੇਸ਼ਨਸ ਨੂੰ ਰਿਸਾਈਟ ਕਰਦੇ ਆ ਜਾਂ ਉਹਨੂੰ ਯਾਦ ਕਰਦੇ ਆ ਜਾਂ ਪ੍ਰੈਕਟਿਸ ਕਰਦੇ ਆ, ਉਹੀ 10 ਪ੍ਰੈਜੈਂਟੇਸ਼ਨਸ ਨੇ, ਉਹੀ ਸਿੱਖਣੀਆਂ ਨੇ ਤੇ ਉਹੀ ਸਿਖਾਉਣੀਆਂ ਨੇ। ਤੇ ਅਮਰਿੰਦਰ ਹੈਜ਼ ਐਕਸਪਲੇਨਡ ਵੈਰੀ ਵੈਲ ਕਿ ਨੈਟਵਰਕ ਕਿੱਦਾਂ ਬਣੇਗਾ। ਇੱਕ ਬੰਦਾ ਐਡ ਕਰਕੇ ਹੀ ਕਿੱਡਾ ਹਿਊਜ ਡਿਫਰੈਂਸ ਹੋ ਜਾਂਦਾ 7ਵੇਂ 6ਵੇਂ ਲੈਵਲ ਤੇ ਜਾ ਕੇ। ਤੇ ਆਪਾਂ ਆਪਣੇ 5 ਬੰਦਿਆਂ ਨਾਲ ਹੀ ਕਰਨਾ, 5 ਬੰਦੇ ਲੱਭਣੇ ਹੈ। ਤੇ ਜਿਵੇਂ ਗੁਰਮਨ ਨੇ ਦੱਸਿਆ ਉਹ ਓਵਰ ਦਾ ਪੀਰੀਅਡ ਆਫ ਟਾਈਮ ਲੱਭਣਗੇ। ਹੋ ਸਕਦਾ ਪਹਿਲੇ 5 ਮਿਲ ਜਾਣ, ਹੋ ਸਕਦਾ 50 ਚੋਂ 5 ਮਿਲਣ। ਤੇ ਸਾਨੂੰ ਉਦਾਂ ਇਵੈਂਚੁਅਲੀ ਇੱਕ ਦੋ ਕਰਕੇ ਮਿਲਦੇ ਰਹਿਣਗੇ। ਏਦਾਂ ਹੀ ਡੈਪਥ ਦੇ ਵਿੱਚ ਉਹਨਾਂ ਦੇ ਨਾਲ ਵੀ ਹੋਣਾ। ਤੇ ਇਹ ਇਵੈਂਚੁਅਲੀ ਸਾਰਾ ਕੰਮ ਏਦਾਂ ਹੀ ਹੁੰਦਾ ਜਾਏਗਾ ਤੇ ਇਹ ਨੈਟਵਰਕ ਖੜਾ ਹੋ ਜਾਏਗਾ। ਐਂਡ ਇਟ ਵਿਲ ਬੀ ਆਰ ਫਰੀडम ਜਿਹਦੇ ਵਾਸਤੇ ਆਪਾਂ ਕੰਮ ਕਰ ਰਹੇ ਹਾਂ। ਥੈਂਕ ਯੂ। ਥੈਂਕ ਯੂ ਭਾਈ, ਥੈਂਕ ਯੂ। ਸਮਾਪਤੀ ਤੋਂ ਪਹਿਲਾਂ ਫਿਰ ਇੱਕ ਵਾਰ 45 ਕਰ ਦਿੰਦੇ ਆ, ਕਾਫੀ ਦੇਰ ਹੋ ਗਈ ਹੋਈ ਨਹੀਂ। ਹਾਂਜੀ ਯਾਰ, ਤੁਸੀਂ ਕਦੀ ਸੋਚਿਆ ਵੀ ਜੇ ਤੁਸੀਂ ਆਪਣੀ ਜ਼ਿੰਦਗੀ ਦੇ ਮਾਲਕ ਹੋਵੋ ਤੇ ਕਿੱਦਾਂ ਦਾ ਹੋਏਗਾ? ਮੈਂ ਥੋੜਾ ਜਿਹਾ ਇਹਨੂੰ ਐਕਸਪਲੇਨ ਕਰਦਾ। ਸਾਡੇ ਕੋਲ ਇੱਕ ਦਿਨ ਦੇ ਵਿੱਚ 24 ਆਵਰਸ ਹੁੰਦੇ ਨੇ ਤੇ ਉਹਦੇ ਵਿੱਚ ਅਸੀਂ ਆਪਣੀ ਡੇਲੀ ਰੂਟੀਨ ਦੇ ਕੰਮ ਕਰਦੇ ਹਾਂ ਤੇ ਉਹਨਾਂ ਨੂੰ ਕਰਦੇ ਅਸੀਂ 20 ਜਾਂ 22 ਘੰਟੇ ਯੂਟੀਲਾਈਜ਼ ਕਰ ਲੈਂਦੇ ਹਾਂ ਤੇ ਸਾਡੇ ਕੋਲ ਬਚਦੇ ਨੇ ਸਿਰਫ 1 ਜਾਂ 2 ਘੰਟੇ। ਕਈ ਵਾਰ ਤੇ ਉਹ ਵੀ ਨਹੀਂ ਬਚਦੇ। ਤੇ ਉਸ ਟਾਈਮ ਦੇ ਵਿੱਚ ਅਸੀਂ ਉਹ ਕੁਝ ਨਹੀਂ ਕਰ ਸਕਦੇ ਜੋ ਅਸੀਂ ਕਰਨਾ ਚਾਹੀਏ, ਕਿਉਂਕਿ ਜਾਂ ਤੇ ਸਾਡੇ ਕੋਲ ਟਾਈਮ ਨਹੀਂ ਹੁੰਦਾ ਤੇ ਜਾਂ ਫਿਰ ਸਾਡੇ ਕੋਲ ਉਹਨੇ ਰਿਸੋਰਸਿਸ ਨਹੀਂ ਹੁੰਦੇ, ਉਹਨੇ ਪੈਸੇ ਨਹੀਂ ਹੁੰਦੇ ਵੀ ਉਸ ਅਨਕੰਫਰਟੇਬਲ ਟਾਈਮ ਦੇ ਵਿੱਚ ਕੁਝ ਕਰ ਸਕੀਏ। ਸੋ ਇਹ ਸਟੋਰੀ ਹਰ ਇੱਕ ਦੀ ਹੈ। ਸੋ ਹਰ ਇਨਸਾਨ ਆਪਣੀ ਜ਼ਿੰਦਗੀ ਦੇ 50-55 ਸਾਲ ਕੋਈ ਨਾ ਕੋਈ ਕੰਮ ਕਰਦਾ ਤਾਂ ਕਿ ਉਹ ਪੈਸੇ ਕਮਾ ਲਵੇ ਤੇ ਫਿਰ ਬਾਅਦ ਚ ਜਦੋਂ ਰਿਟਾਇਰ ਹੋਏ ਉਦੋਂ ਆਪਣੀ ਜ਼ਿੰਦਗੀ ਨੂੰ ਅੱਛੇ ਤਰੀਕੇ ਨਾਲ ਇੰਜੋਏ ਕਰ ਸਕੇ। ਬਟ ਇਨ ਪ੍ਰੈਕਟੀਕਲ ਇਦਾਂ ਹੁੰਦਾ ਨਹੀਂ, ਕਿਉਂਕਿ ਜਿੰਨੀ ਸਾਡੀ ਲਾਈਫ ਜਿੰਨੀ ਹੈਕਟਿਕ ਹੈ ਉਦੋਂ ਤੱਕ ਜਾਂਦੇ ਜਾਂਦੇ ਅਸੀਂ ਕੁਛ ਨਾ ਕੁਛ ਆਪਣੀ ਹੈਲਥ ਰਿਲੇਟਡ ਪ੍ਰੋਬਲਮ ਨੂੰ ਛੇੜ ਦਿੰਦੇ ਹਾਂ। ਸੋ ਇੱਕ ਰਿਸਰਚ ਇਹ ਕਹਿੰਦੀ ਹੈ ਵੀ ਜਿਸ ਇਨਸਾਨ ਦੇ ਕੋਲ 3 ਚੀਜ਼ਾਂ ਟਾਈਮ, ਹੈਲਥ, ਮਨੀ, ਇਹ ਤਿੰਨੇ ਹੋਣ, ਉਹ ਕਹਿ ਸਕਦਾ ਮੈਂ ਆਪਣੀ ਜ਼ਿੰਦਗੀ ਦਾ ਮਾਲਕ ਹਾਂ। ਹੁਣ ਰੀਸੈਂਟਲੀ ਮੈਂ ਇੱਕ ਬਿਜ਼ਨਸ ਸ਼ੁਰੂ ਕੀਤਾ ਤੇ ਸਿੱਖ ਰਿਹਾ ਵੀ ਇਹ ਤਿੰਨੇ ਚੀਜ਼ਾਂ ਕਿੱਦਾਂ ਲਿੱਤੀਆਂ ਜਾ ਸਕਦੀਆਂ ਨੇ। ਇੱਕ ਹੋਮ ਬੇਸ ਬਿਜ਼ਨਸ ਹੈ
ਤੇ ਜਿਹਨੂੰ ਕਰਨ ਦੇ ਲਈ ਮੈਂ ਇੱਕ ਸਿਸਟਮ ਨੂੰ ਫੋਲੋ ਕਰਦਾ ਜਿਹੜਾ ਕਿ ਬਹੁਤ ਹੀ ਆਸਾਨ ਹੈ, ਹਰ ਕੋਈ ਕਰ ਸਕਦਾ। ਇਹਦੇ ਵਿੱਚ ਕੁਝ ਵੀ ਵੇਚਣਾ ਨਹੀਂ ਪੈਂਦਾ ਤੇ ਸਭ ਤੋਂ ਇੰਟਰਸਟਿੰਗ ਗੱਲ ਇਹਦੇ 'ਚ ਟਾਈਮ ਬਹੁਤ ਘੱਟ ਲੱਗਦਾ। ਜੇ ਇਦਾਂ ਦੀ ਕੋਈ ਇਨਫੋਰਮੇਸ਼ਨ ਮੈਂ ਤੁਹਾਨੂੰ ਦਵਾਂ ਤਾਂ ਕੀ ਤੁਸੀਂ ਲੈਣੀ ਚਾਹੋਗੇ? ਥੈਂਕ ਯੂ। ਬਲਦੇਵ ਭਾਈ ਅੱਜ ਤੁਸੀਂ ਕਰ ਹੀ ਦਿਓ ਫਿਰ। हेलो जी भाजी, मैं भी 45 सेकंड मैं भी करा। हाँ जी हाँ जी हाँ जी आज कर दो। अच्छा, क्या आप अपनी जिदा मैं इधर हिंदी च गल करांगा ना, इधर अपने लोगों ने जो मैं डेफिनेटली भाई जी ਅਸੀਂ ट्राई करांगे हौली हौली ठीक हो जाएगी। अच्छा, क्या आप अपनी जिंदगी अपने हिसाब से जीना चाहते हैं तो मैं आपको बताता हूँ कि आप कैसे आप इसको जी सकते। जैसे एक दिन में 24 घंटे होते हैं, तो मुश्किल से एक आधा घंटा अपने पास मिलता है कि कुछ आप अपने लिए जी सके, लेकिन बहुत सीमित सोर्सेज या समय की व्यवस्था जो भी अपना बिजी शेड्यूल के कारण या पैसे की कमी के कारण हम वो भी अपने ऊपर खर्च नहीं कर सकते। तो मैं अभी एक बिजनेस चालू किया है, उसमें एक सिस्टम है जिसको फॉलो करके हम एक बहुत बढ़िया लाइफस्टाइल को अचीव कर सकते हैं। इसमें करना कुछ नहीं पड़ता, एक सिस्टम को सिर्फ सीखना है, बेचना की भी बहुत कोई जरूरत नहीं है। तो अगर आप चाहें तो मैं आपको इसकी और इंफॉर्मेशन दे सकता हूँ। ये एक चीज छुट गई मेरी जी, वो टाइम हेल्थ मनी। नहीं भाई बहुत बढ़िया बहुत बढ़िया वंडरफुल ग्रेट इनिशिएटिव बहुत बढ़िया की। बहुत वधिया कीता भाजी, तुसी अज फर्स्ट 45 प्रेजेंटेशन कीती, बहुत वधिया कीती। थैंक यू।